हाँ जी, मेरे वालों साਰਿਆਂ ਨੂੰ ਸਤਿ ਸ਼੍ਰੀ ਅਕਾਲ। मैं डॉक्टर चरणजीत सिंह, मैं एज ए प्रोफैसर काम कर रहा लवली प्रोफैशनल यूनिवर्सिटी जलंधर। मैं इलैक्ट्रॉनिक्स एंड कम्यूनीकेशन इंजीनियरिंग में BTech M.Tech ते PhD की हुई है। सो अज मेरा तुहाडे नाल जिहड़ी मेरी इंटरैक्शन हैगी आ उहदा एक मोटिव ये हैगा वा भी हाउ टू प्रिपेयर फॉर JEE एंड वॉट आर दी प्री रैक्विजिट, मतलब सानू JEE की तैयारी करने वास्ते नॉन मैडिकल रख के तो उहदे किहड़े साडे वास्ते इंपॉर्टेंट पॉइंट्स हैगे आ। सो सब तो पहला जे तुसी JEE की तैयारी करनी है तुसी नॉन मैडिकल रखोगे। सो जो तुसी नॉन मैडिकल +1 च जाते हो ना, उस तो पहला कुछ एक जरूरी चीज़ां वा जिहड़ियां तुहानूं जिन्हां दा ध्यान रखना बड़ा इंपॉर्टेंट हैगा। तुहाडा मैथ वधिया होना चाहिए, मैथ का बेसिक कंसैप्ट जिहड़े आ ना वो बड़े तुहाडे क्लीयर होने चाहिए। सो इस वास्ते सब तो पहला तुहानूं जिहड़ियां 9वीं ते 10वीं ਦੀਆਂ क्लासां ना तुहाडीਆਂ ਉਹਦੇ ਵਿੱਚ ਤੁਸੀਂ ਜਿਹੜਾ मैथ पढ़िया आ ਉਹ ਤੁਹਾਨੂੰ ਸਾਰਾ ਰਿਵਾਈਜ਼ ਕਰਨਾ ਪੈਣਾ। ਜਿੱਦਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ, ਜੇ ਤੁਹਾਨੂੰ ਕੋਈ ਪੁੱਛੇ ਵੀ -1 + 2 ਤੇ 2 - 1 ਬੜਾ ਬੇਸਿਕ ਕੁਐਸਚਨ ਹੈਗਾ। ਜੇ ਤੁਹਾਨੂੰ ਇੱਦਾਂ ਦੇ ਕੁਐਸਚਨਾਂ 'ਚ ਕੋਈ ਕਨਫਿਊਜ਼ਨ ਨਹੀਂ ਨਾ ਹੁੰਦੀ, ਇਹਦਾ ਮਤਲਬ ਠੀਕ ਹੈਗਾ ਤੁਸੀਂ ਉਸ ਲੈਵਲ ਤੱਕ ਪਹੁੰਚ ਸਕਦੇ ਹੋ ਰਿਵਾਈਜ਼ ਕਰਕੇ। कई बच्चे आ कईयां नूं नहीं इन्नी समझ हुंदी जां कई इंटरस्टिड नहीं हुंदे जां अवेयरनैस नहीं हुंदी इन्नी, पर +1 च आके अवेयर हो जाते, पर उन्होंने उदों समझ आती है भी असीं ते 9वीं 10वीं च चंगी तरह पढ़े नहीं। सो उहदा बेस्ट वे हैगा वा भी तुसीं मार्केट च किताबां बहुत अवेलेबल ने 9वीं 10वीं दियां, तुसीं मैथ की बुक लो सब तो पहला, ਉਹਦੇ ਵਿੱਚ ਜਿਹੜੇ ਸੋਲਵਡ ਕੁਐਸਚਨ ਹੈਗੇ ਆ ਉਹਨਾਂ ਨੂੰ ਸੋਲਵ ਕਰੋ। ਉਸ ਤੋਂ ਬਾਅਦ ਅਨਸੋਲਵਡ ਕੁਐਸਚਨ ਹੈਗੇ ਉਹਨਾਂ ਨੂੰ ਸੋਲਵ ਕਰੋ ਤੇ ਕੁਝ ਟਾਈਮ ਦੇ ਬਾਅਦ 2 ਮਹੀਨਿਆਂ 'ਚ ਤੁਹਾਡੀ ਇਹਦੀ ਕਮਾਂਡ ਬਣ ਜਾਣੀ ਹੈਗੀ ਹੈ। ਜੇ ਤੁਹਾਡਾ ਮੈਥ ਸਟਰੋਂਗ ਨਹੀਂ ਹੈਗਾ ਨਾ ਤੇ ਤੁਸੀਂ JEE ਕਲੀਅਰ ਨਹੀਂ ਕਰ ਸਕਦੇ, ਉਹਦੇ 'ਚ ਚੰਗਾ ਰੈਂਕ ਜਿਹੜਾ ਤੁਹਾਡਾ ਉਹ ਨਹੀਂ ਆ ਸਕਦਾ। ਟਫ ਕੰਪੀਟੀਸ਼ਨ ਆ, ਨੈਸ਼ਨਲ ਲੈਵਲ ਦਾ ਕੰਪੀਟੀਸ਼ਨ ਹੈਗਾ। ਇਸ ਕਰਕੇ ਇਹ ਗੱਲ ਆਪਣੀ ਜਾਣ ਚੰਗੀ ਤਰ੍ਹਾਂ ਆਪਣੇ ਦਿਮਾਗ 'ਚ ਬਿਠਾ ਲਓ ਵੀ ਜੇ ਤੁਹਾਡਾ ਮੈਥ ਠੀਕ ਨਹੀਂ ਹੈਗਾ ਤੁਸੀਂ +1 ਚੋਂ ਪਾਸ ਹੋ ਜਾਓਗੇ, +2 ਚੋਂ ਵੀ ਪਾਸ ਹੋ ਜਾਓਗੇ ਕਿਸੇ ਤਰੀਕੇ ਮਿਹਨਤ ਕਰਕੇ, ਪਰ ਤੁਸੀਂ ਕੰਪੀਟੀਸ਼ਨ ਦਾ ਐਗਜ਼ਾਮ ਆ ਜਿਹੜਾ JEE ਦਾ ਉਹ ਕਲੀਅਰ ਨਹੀਂ ਕਰ ਸਕਦੇ। ਜਦੋਂ ਤੁਸੀਂ ਮੈਥਮੈਟਿਕਸ 9ਵੀਂ 10ਵੀਂ ਦਾ ਪੜ੍ਹ ਲਿਆ, ਉਸ ਤੋਂ ਬਾਅਦ ਫਿਰ ਤੁਸੀਂ ਆਓ ਫਿਜ਼ਿਕਸ ਤੇ ਕੈਮਿਸਟਰੀ ਵੱਲ ਜਾਂ ਸਾਇੰਸ ਆਪਾਂ ਜਿਵੇਂ ਕਹਿੰਦੇ ਆ। ਸੋ ਸਾਇੰਸ ਵਾਲੇ ਪਾਸੇ ਉਹਨਾਂ ਦੀਆਂ ਜਿਹੜੀਆਂ ਬੇਸਿਕ ਲਾਜ਼ ਨੇ ਉਹ ਸਾਰੀਆਂ ਤੁਸੀਂ ਉਹਦੀਆਂ ਵੀ ਮਾਰਕੀਟ 'ਚ ਬੁੱਕਸ ਅਵੇਲੇਬਲ ਨੇ, ਉਹ ਤੁਸੀਂ ਫਿਰ ਦੁਬਾਰਾ 9ਵੀਂ 10ਵੀਂ ਦੀਆਂ ਜਿਹੜੀਆਂ ਸਾਇੰਸ ਦੀਆਂ ਬੁੱਕਸ ਹੈਗੀਆਂ ਨੇ ਉੱਥੋਂ ਤੁਸੀਂ ਫਿਜ਼ਿਕਸ ਕੈਮਿਸਟਰੀ ਨੂੰ ਰਿਵਾਈਜ਼ ਕਰੋ। ਠੀਕ ਹੈ, ਜੇ ਤੁਸੀਂ ਵਾਕਈ ਚੰਗੀ ਤਰ੍ਹਾਂ ਕਨਸੈਪਟ ਕਲੀਅਰ ਕਰਨੇ ਨੇ ਤਾਂ ਮੈਂ ਤੁਹਾਨੂੰ ਇਹ ਕਹਾਂਗਾ ਜਿਹੜਾ 9ਵੀਂ 10ਵੀਂ ਦਾ ICSE ਦੀਆਂ ਬੁੱਕਸ ਹੈਗੀਆਂ ਫਿਜ਼ਿਕਸ ਕੈਮਿਸਟਰੀ ਮੈਥ ਦੀਆਂ ਉਹਨਾਂ ਨੂੰ ਫੋਲੋ ਕਰੋ, ਫਿਰ ਤੁਸੀਂ ਬੜਾ ਈਜ਼ੀਲੀ +1 ਦੇ ਵਿੱਚ ਪਹੁੰਚ ਜਾਓਗੇ। ਜਦੋਂ ਤੁਸੀਂ 2-3 ਮਹੀਨੇ ਲਾ ਕੇ ਸਾਰਾ ਆਪਣਾ ਰਿਵਾਈਜ਼ ਕਰ ਲਿਆ, 9th 10th ਦਾ ਮੈਥ ਕਰ ਲਿਆ ਰਿਵਾਈਜ਼, ਫਿਜ਼ਿਕਸ ਕੈਮਿਸਟਰੀ ਕਿਉਂਕਿ ICSE ਵਿੱਚ ਅਲੱਗ-ਅਲੱਗ ਨੇ ਫਿਜ਼ਿਕਸ ਤੇ ਕੈਮਿਸਟਰੀ, 10ਵੀਂ ਦੇ ਵਿੱਚ ਜਿਹੜੀ ਆ ਪੰਜਾਬ ਬੋਰਡ ਆ ਜਾਂ CBSE ਆ ਉਹ ਤੇ ਸਾਇੰਸ ਉਹਨਾਂ ਦੀ ਇੱਕੋ ਹੀ ਸਬਜੈਕਟ ਆਉਂਦਾ ਆ। ਉਸ ਤੋਂ ਬਾਅਦ ਫਿਰ ਤੁਸੀਂ ਆਉਂਦੇ ਹੋ ਵੀ ਮੈਂ ਹੁਣ +1 ਦੇ ਵਿੱਚ ਐਡਮਿਸ਼ਨ ਲੈਣੀ ਆ, ਮੈਂ ਕੋਈ ਕੋਚਿੰਗ ਇੰਸਟੀਚਿਊਟ ਜੁਆਇਨ ਕਰਨਾ, ਕੋਈ ਅਕੈਡਮੀ ਜੁਆਇਨ ਕਰਨੀ ਆ। ਸੋ ਅੱਜ ਕੱਲ੍ਹ ਸਾਰੇ ਐਡ ਦੇ ਰਹੇ ਨੇ, ਕੰਪੀਟੀਸ਼ਨ ਦਾ ਟਾਈਮ ਹੈ, ਉਹਦੇ ਵਿੱਚ ਚੂਜ਼ ਕਿਸ ਤਰ੍ਹਾਂ ਕਰਨਾ ਆਪਾਂ ਵੀ ਕਿਹੜਾ ਟੀਚਰ ਸਾਡੇ ਵਾਸਤੇ ਰਹੂਗਾ। ਕਈਆਂ ਨੂੰ ਇਹ ਕਨਫਿਊਜ਼ਨ ਰਹਿੰਦੀ ਬੱਚਿਆਂ ਨੂੰ ਵੀ ਆਪਾਂ ਇੱਕੋ ਅਕੈਡਮੀ ਜੁਆਇਨ ਕਰੀਏ ਜਿੱਥੇ ਫਿਜ਼ਿਕਸ ਕੈਮਿਸਟਰੀ ਪੜ੍ਹਾਉਂਦੇ ਹੋਣ ਕਿ ਅਲੱਗ-ਅਲੱਗ ਜੁਆਇਨ ਕਰੀਏ। ਸੋ ਉਹਦਾ ਸਭ ਤੋਂ ਬੈਸਟ ਵੇ ਆ ਜਿਹੜੇ ਬੱਚੇ ਪਹਿਲਾਂ ਜਿਨ੍ਹਾਂ ਨੇ ਲਾਸਟ ਈਅਰ ਜਾਂ ਕਰੰਟ ਈਅਰ 'ਚ +2 ਪਾਸ ਕੀਤੀ ਆ, ਜਿਹੜੀ ਅਕੈਡਮੀ ਉਹਨਾਂ ਨੇ ਜੁਆਇਨ ਕੀਤੀ ਸੀ ਜਾਂ ਜਿਹੜੇ ਟੀਚਰ ਉਹ ਪੜ੍ਹੇ ਸੀ ਉਹਨਾਂ ਕੋਲੋਂ ਫੀਡਬੈਕ ਲਓ ਵੀ ਕੰਪੀਟੀਸ਼ਨ ਦੀ ਤਿਆਰੀ ਜਾਂ ਬੇਸਿਕ ਕਨਸੈਪਟਸ ਜਿਹੜੇ ਕਿਹਦੇ ਜ਼ਿਆਦਾ ਕਲੀਅਰ ਹੈਗੇ ਆ, ਤੇ ਉਹ ਤੁਹਾਨੂੰ ਆਪਣੇ ਆਪ ਹੀ ਦੱਸ ਦੇਣਗੇ ਕਿਉਂਕਿ ਸਟੂਡੈਂਟ ਹੀ ਬੈਸਟ ਮੈਸੇਂਜਰ ਹੁੰਦੇ ਆ। ਜਿਹੜੇ ਤੁਹਾਨੂੰ ਸਟੂਡੈਂਟ ਫੀਡਬੈਕ ਦੇਣਗੇ ਵੀ ਆਹ ਟੀਚਰ ਠੀਕ ਆ, ਟੀਚਰ ਠੀਕ ਆ, ਉਹਦਾ ਇੱਕ ਤੁਸੀਂ ਡਾਟਾਬੇਸ ਬਣਾ ਲਓ। ਫਿਰ ਤੁਸੀਂ ਦੇਖੋ ਵੀ ਸੇਮ ਅਕੈਡਮੀ ਦੇ ਵਿੱਚ ਤਿੰਨੋਂ ਟੀਚਰ ਬੈਸਟ ਹੈਗੇ ਆ ਕਿ ਇੰਡੀਵਿਜੂਅਲ ਟੀਚਰ ਆ। ਫਿਰ ਜੇ ਤੁਹਾਨੂੰ ਜਿੱਦਾਂ ਉਹਨਾਂ ਦੀ ਫੀਡਬੈਕ ਆਉਂਦੀ ਆ ਤੁਸੀਂ ਇੰਡੀਵਿਜੂਅਲ ਟੀਚਰ ਜਿਹੜੇ ਹੈਗੇ ਉਹਨਾਂ ਕੋਲ ਟਿਊਸ਼ਨ ਪੜ੍ਹ ਲਓ ਜਾਂ ਉਹਨਾਂ ਕੋਲ ਤੁਸੀਂ ਕੋਚਿੰਗ ਆਪਣੀ ਜੁਆਇਨ ਕਰ ਲਓ। ਉਸ ਤੋਂ ਬਾਅਦ ਜਦੋਂ ਤੁਸੀਂ ਕੋਚਿੰਗ ਜੁਆਇਨ ਕਰ ਲੈਂਦੇ ਹੋ ਤੁਸੀਂ ਆਪਣੀ ਜਿਹੜੀ ਡਿਪੈਂਡੈਂਸ ਹੈਗੀ ਆ ਨਾ ਉਹ ਪੂਰੀ ਜਿਹੜੇ ਤੁਹਾਨੂੰ ਟੀਚਰ ਕੋਚਿੰਗ ਦਿੰਦੇ ਆ ਉਹਦੇ 'ਤੇ ਨਹੀਂ ਰੱਖਣੀ। ਉਹਦਾ ਰੀਜ਼ਨ ਇਹ ਹੈ ਵੀ ਇੱਕ ਟੀਚਰ ਤੁਹਾਨੂੰ ਬੇਸਿਕ ਨੌਲੇਜ ਦੇ ਸਕਦਾ ਵਾ, ਪਰ ਉਹਨੂੰ ਰਿਵਾਈਜ਼ ਕਰਨਾ, ਉਹਨੂੰ ਚੰਗਾ ਇਨ ਡੈਪਥ ਵਿੱਚ ਲੈ ਕੇ ਜਾਣਾ ਉਹ ਪੋਸੀਬਲ ਨਹੀਂ ਹੁੰਦਾ ਇੱਕ ਟੀਚਰ ਵਾਸਤੇ। ਉਹ ਫਿਰ ਤੁਹਾਨੂੰ ਵੀ ਆਪਣੀ ਐਫਰਟ ਕਰਨੀਆਂ ਪੈਣੀਆਂ। ਸੋ ਜੋ ਟੀਚਰ ਤੁਹਾਨੂੰ ਕਰਾਉਂਦਾ ਆ ਸਭ ਤੋਂ ਪਹਿਲਾਂ ਉਹ ਤੁਸੀਂ ਤੁਹਾਡੀ ਨੋਟਬੁੱਕ 'ਤੇ ਲਿਖਿਆ ਹੋਣਾ ਚਾਹੀਦਾ, ਤੁਹਾਨੂੰ ਰਾਈਟਿੰਗ ਦੀ ਪ੍ਰੈਕਟਿਸ ਹੋਣੀ ਚਾਹੀਦੀ ਹੈ। ਇਹਦੇ ਨਾਲ ਕੀ ਹੋਏਗਾ, ਇੱਕ ਤੁਹਾਡੀ ਰਾਈਟਿੰਗ ਦੀ ਸਪੀਡ ਚੰਗੀ ਹੋ ਜਾਏਗੀ, ਇੱਕ ਤੁਸੀਂ ਆਪਣੀ ਹੈਂਡ ਰਾਈਟਿੰਗ ਜਿਹੜੀ ਹੈਗੀ ਆ ਉਹਨੂੰ ਵੀ ਇੰਪਰੂਵ ਕਰ ਸਕਦੇ ਹੋ।
ਜਦੋਂ ਤੁਹਾਡਾ ਇਹ ਤੁਸੀਂ ਇਸ ਚੀਜ਼ ਨੂੰ ਫੋਲੋ ਕਰਨਾ ਸ਼ੁਰੂ ਕਰਤਾ, ਜੋ ਵੀ ਟੀਚਰ ਨੇ ਤੁਹਾਨੂੰ ਰੋਜ਼ ਲੈਕਚਰ ਕਰਾਇਆ ਉਹ ਤੁਹਾਡੀ ਨੋਟਬੁੱਕ ਤੇ ਹੋਵੇ, ਉਹਨੂੰ ਤੁਸੀਂ ਨੋਟਬੁੱਕ ਤੇ ਲਿਖ ਲਿਆ। ਉਸ ਤੋਂ ਬਾਅਦ ਉਹਦੇ ਨਾਲ ਰਿਲੇਟਡ ਜੋ ਵੀ ਕਨਸੈਪਟ ਹੈਗੇ ਆ ਜਾਂ ਉਹਦੇ ਨਾਲ ਰਿਲੇਟਡ ਜੋ ਵੀ ਲਾਜ਼ ਹੈਗੀਆਂ ਜਾਂ ਜੋ ਵੀ ਹੈਗੀਆਂ, ਉਹ ਤੁਸੀਂ ਇੱਕ ਤੁਹਾਡੇ ਕੋਲ ਇੱਕ ਰੈਫਰੈਂਸ ਬੁੱਕ ਹੋਣੀ ਚਾਹੀਦੀ ਹੈ ਜਾਂ ਟੈਕਸਟ ਬੁੱਕ ਹੋਣੀ ਚਾਹੀਦੀ ਹੈ, ਜਿਹੜਾ ਤੁਹਾਨੂੰ ਟੀਚਰ ਦੱਸ ਦਿੰਦਾ ਆ ਜਾਂ ਜਿਹੜੀ ਮਾਰਕੀਟ 'ਚ ਬੈਸਟ ਪਪੂਲਰ ਹੈਗੀ ਆ, ਉਹ ਤੁਸੀਂ ਪਰਚੇਜ਼ ਕਰਕੇ ਉਹਨੂੰ ਤੁਸੀਂ ਨਾਲ ਕੋਰਿਲੇਟ ਕਰੋ ਵੀ ਇਹਦੇ 'ਚ ਐਡੀਸ਼ਨਲ ਚੀਜ਼ਾਂ ਕੀ ਹੈਗੀਆਂ ਜੋ ਤੁਹਾਨੂੰ ਟੀਚਰ ਨੇ ਕਰਾਈਆਂ, ਇਸ ਤੋਂ ਇਲਾਵਾ ਕੁਝ ਹੈ। ਕਈ ਵਾਰੀ ਟੀਚਰ ਵੀ ਖੁਦ ਨੋਟਸ ਤੁਹਾਨੂੰ ਪ੍ਰੋਵਾਈਡ ਕਰਦੇ ਨੇ ਤੇ ਤੁਸੀਂ ਉਹਨਾਂ ਨੂੰ ਪੜ੍ਹੋ, ਰੈਫਰੈਂਸ ਬੁੱਕ ਨੂੰ ਪੜ੍ਹੋ। ਸੋ ਉਹ ਜਦੋਂ ਤੁਸੀਂ ਪੜ੍ਹ ਲਿਆ, ਇਹ ਮੈਂ ਤੁਹਾਨੂੰ ਡੇਲੀ ਡੇ ਬਾਏ ਡੇ ਲੈਕਚਰ ਦੀ ਗੱਲ ਦੱਸ ਰਿਹਾ। ਫਿਰ ਉਹਦੇ ਨਾਲ ਰਿਲੇਟਡ, ਉਹਦੇ ਨਾਲ ਐਸੋਸੀਏਟਡ ਨਿਊਮੈਰੀਕਲ MCQ ਜਾਂ ਦੂਜੇ ਡਿਸਕ੍ਰਿਪਟਿਵ ਨਿਊਮੈਰੀਕਲ, ਉਹ ਤੁਹਾਡੇ ਦੋਨੋਂ ਨਾਲ ਤੁਸੀਂ ਉਹਨੂੰ ਫੋਲੋ ਕਰਨਾ। ਇਹ ਤੁਹਾਡਾ ਡੇ ਟੂ ਡੇ ਰੂਟੀਨ ਹੈ, ਮੈਂ ਤੁਹਾਨੂੰ ਦੁਬਾਰਾ ਦੱਸ ਰਿਹਾ ਇਹ ਚੀਜ਼। ਸੋ ਜਦੋਂ ਤੁਹਾਡਾ ਉਹ ਚੀਜ਼ ਕਲੀਅਰ ਹੋ ਜਾਂਦੀ ਆ, ਤੁਸੀਂ ਤੁਹਾਨੂੰ ਇੱਕ ਟੌਪਿਕ ਕਰਾਤਾ ਟੀਚਰ ਨੇ, ਉਹ ਕੰਪਲੀਟ ਹੋ ਗਿਆ ਸਪੋਜ਼, ਉਹ ਉਹਨੇ 3 ਦਿਨ ਲਾਏ 4 ਦਿਨ ਲਾਏ ਜਿੱਦਾਂ ਵੀ ਲਾਏ, ਉਸ ਤੋਂ ਬਾਅਦ ਤੁਸੀਂ ਉਹਦੇ MCQ ਰਿਵਾਈਜ਼ ਕਰ ਲਏ, ਤੁਸੀਂ ਉਹਦੇ ਡਿਸਕ੍ਰਿਪਟਿਵ ਨਿਊਮੈਰੀਕਲ ਰਿਵਾਈਜ਼ ਕਰ ਲਏ। ਉਸ ਤੋਂ ਅਗਲਾ ਸਟੈਪ ਹੁੰਦਾ ਆ, ਫਿਰ ਤੁਸੀਂ ਪਿਛਲੇ 10 ਈਅਰ ਜਿਹੜੇ ਇਹਦੇ JEE ਦੇ ਕੁਐਸਚਨ ਆਏ ਹੁੰਦੇ ਆ, ਉਹਨਾਂ ਦੇ ਸੋਲਵਡ ਕੁਐਸਚਨ ਆਏ ਹੁੰਦੇ ਆ, ਉਹ ਤੁਸੀਂ ਬੁੱਕਸ ਪਰਚੇਜ਼ ਕਰ ਲਓ। ਨਵੀਂ ਲਿਆਉਣ ਦੀ ਲੋੜ ਨਹੀਂ, ਪਿਛਲੇ ਸਾਲ ਦੀਆਂ ਲੈ ਲਓ। ਉਹਦੇ ਨਾਲ ਕੀ ਆ, ਫਿਰ ਤੁਸੀਂ ਉਹ ਜਿਹੜੇ ਕੁਐਸਚਨ ਆਏ ਨਾ ਉਹਨਾਂ ਨੂੰ ਤੁਸੀਂ ਅਟੈਂਪਟ ਕਰਕੇ ਦੇਖੋ ਨਾਲ ਕੀ ਤੁਹਾਡੇ ਕੋਲ ਹੁੰਦੇ ਆ। ਠੀਕ ਹੈ, ਜਿੱਥੇ ਤੁਹਾਨੂੰ ਨਹੀਂ ਹੁੰਦੇ ਉਹ ਤੁਸੀਂ ਦੇਖੋ ਸੋਲਵਡ ਹੈਗੇ ਆ, ਤੁਹਾਨੂੰ ਨਾਲ ਆਪਣੀਆਂ ਸ਼ਾਰਟਕਮਿੰਗ ਪਤਾ ਲੱਗ ਜਾਣੀਆਂ। ਜਦੋਂ ਤੁਸੀਂ ਇਹ ਪ੍ਰੋਸੀਜਰ ਨੂੰ ਫੋਲੋ ਕਰੋਗੇ ਤੇ ਉਹਦੇ ਨਾਲ ਤੁਹਾਡਾ ਜਿਹੜਾ ਆਪਣਾ ਬਿਲਡਅਪ ਬਣੀ ਜਾਣਾ। ਉਸ ਤੋਂ ਬਾਅਦ ਤੁਸੀਂ ਜਿੰਨੇ ਵੀ ਤੁਹਾਡੇ ਟੈਸਟ ਹੈਗੇ ਆ, ਟੈਸਟ ਤੁਸੀਂ ਟੀਚਰ ਨੂੰ ਦਿਓ, ਟੈਸਟ ਨੂੰ ਸਕਿਪ ਨਾ ਕਰੋ। ਤੇ ਇਸੇ ਤਰ੍ਹਾਂ ਹੀ ਫਿਜ਼ਿਕਸ, ਕੈਮਿਸਟਰੀ ਤੇ ਮੈਥ। ਮੈਂ ਤੁਹਾਨੂੰ ਮੈਥ ਤੇ ਕਿਉਂ ਸਟ੍ਰੈਸ ਦੇ ਰਿਹਾ ਸੀ, ਕਿਉਂਕਿ ਸੇਮ ਨਿਊਮੈਰੀਕਲ ਤੁਸੀਂ ਫਿਜ਼ਿਕਸ ਵਿੱਚ ਵੀ ਸੋਲਵ ਕਰਨੇ ਆ, ਸੇਮ ਨਿਊਮੈਰੀਕਲ ਤੁਸੀਂ ਕੈਮਿਸਟਰੀ ਵਿੱਚ ਵੀ ਸੋਲਵ ਕਰਨੇ ਹੈਗੇ ਆ। ਸੋ ਜੇ ਤੁਹਾਡਾ ਮੈਥ ਹੀ ਨਹੀਂ ਠੀਕ ਹੈਗਾ, ਤੁਸੀਂ ਫਿਰ ਨਿਊਮੈਰੀਕਲ, ਫਿਜ਼ਿਕਸ, ਕੈਮਿਸਟਰੀ 'ਚ ਕਿੱਦਾਂ ਸੋਲਵ ਕਰ ਸਕੋਗੇ। ਸੋ ਇਹ ਬੜਾ ਇੰਪੋਰਟੈਂਟ ਆ। ਇਹਦੇ 'ਚ ਟਾਈਮਿੰਗ ਦੀ ਬੜੀ ਟਾਈਮਿੰਗ ਫੈਕਟਰ ਬੜਾ ਇੰਪੋਰਟੈਂਟ ਆ ਵੀ ਤੁਸੀਂ ਟਾਈਮ ਮੈਨੇਜਮੈਂਟ ਕਿੱਦਾਂ ਕਰਦੇ ਹੋ। ਮਿਨੀਮਮ ਟਾਈਮ ਦੇ ਵਿੱਚ ਤੁਸੀਂ ਕੁਐਸਚਨ ਅਟੈਂਪਟ ਕਰਨਾ, ਇਹਦਾ ਮਤਲਬ ਤੁਹਾਨੂੰ ਉਹਨੂੰ ਅਟੈਂਪਟ ਕਰਨ ਦੇ ਸਾਰੇ ਸ਼ਾਰਟਕਟ ਮੈਥਡ ਆਉਣੇ ਚਾਹੀਦੇ ਆ। ਜਦੋਂ ਤੁਸੀਂ ਕੁਐਸਚਨ ਜਿਹੜੇ MCQ ਆ ਜਾਂ ਡਿਸਕ੍ਰਿਪਟਿਵ ਕੁਐਸਚਨ ਆ ਬੁੱਕਸ ਵਿੱਚ ਦਿੱਤੇ ਆ, ਤੁਸੀਂ ਆਪ ਸੋਲਵ ਕਰੋਗੇ, ਉਹਨੂੰ ਤੁਸੀਂ ਕੰਪੇਅਰ ਕਰੋਗੇ ਬੁੱਕ ਵਿੱਚ ਉਹਨੇ ਕਿੱਦਾਂ ਕੀਤੇ ਆ, ਤੁਹਾਨੂੰ ਆਪਣੇ ਆਪ ਪਤਾ ਲੱਗ ਜੂ ਵੀ ਲੈਂਥੀ ਤੁਹਾਡਾ ਵਾਲਾ ਮੈਥਡ ਹੈਗਾ ਕਿ ਬੁੱਕ ਵਾਲਾ ਮੈਥਡ ਆ। ਉਹ ਫਿਰ ਤੁਸੀਂ ਦੇਖੋ ਉਹਨੇ ਕਿਹੜੇ ਸਟੈਪ ਆਪਣੇ ਐਡ ਔਨ ਕੀਤੇ ਆ ਜਿਹੜੇ ਤੁਹਾਡੇ 'ਚ ਮਿਸਿੰਗ ਹੈਗੇ ਸੀ। ਜਦੋਂ ਤੁਸੀਂ ਉਹਨਾਂ ਨੂੰ ਅਡੈਪਟ ਕਰ ਲੋਗੇ, ਤੁਹਾਡੀ ਟਾਈਮ ਮੈਨੇਜਮੈਂਟ ਹੋ ਜਾਏਗੀ। ਜਦੋਂ ਤੁਹਾਡੀ ਟਾਈਮ ਮੈਨੇਜਮੈਂਟ ਹੋ ਗਈ, ਇਹਦਾ ਮਤਲਬ ਤੁਸੀਂ ਘੱਟ ਟਾਈਮ ਦੇ ਵਿੱਚ ਮੈਕਸਿਮਮ ਕੁਐਸਚਨ ਕਰ ਸਕਦੇ ਹੋ। ਸੋ ਇਹਦੇ ਵਿੱਚ ਤੇ ਟਾਈਮ ਮੈਨੇਜਮੈਂਟ ਆ। ਜੇ ਤੁਸੀਂ ਮੈਕਸਿਮਮ ਕੁਐਸਚਨ ਮਿਨੀਮਮ ਟਾਈਮ 'ਚ ਕਰੋਗੇ ਤੇ ਤੁਹਾਡਾ ਰੈਂਕ ਆਪਣੇ ਆਪ ਹੀ ਉਹਦੇ ਉੱਪਰ ਆਏਗਾ। JEE ਦੇ ਵਿੱਚ ਤੇ ਜਿਹੜੇ ਹਾਇਰ ਰੈਂਕ ਵਾਲੇ ਹੁੰਦੇ ਆ ਬੱਚੇ, ਉਹ 1 2 ਨੰਬਰ ਦੇ ਡਿਫਰੈਂਸ ਵਿੱਚ 100 ਬੱਚਾ ਆ ਜਾਂਦਾ, ਜਿਹੜੇ ਟੌਪ ਮੈਰਿਟ ਵਾਲੇ ਆ ਜਾਂਦੇ ਨੇ। ਜਦੋਂ ਤੁਸੀਂ ਇਹ ਜਿਹੜੇ ਸਟੈਪਸ ਮੈਂ ਤੁਹਾਨੂੰ ਸਾਰੇ ਦੱਸੇ ਹੈਗੇ ਆ, ਜਦੋਂ ਤੁਸੀਂ ਇਹ ਫੋਲੋ ਕਰ ਲਏ, ਉਸ ਤੋਂ ਬਾਅਦ ਮੈਂ ਇੱਕ ਗੱਲ ਇਹ ਕਹਿਣੀ ਚਾਹੁੰਦਾ, ਮੈਂ ਮੈਥ ਤੇ ਜ਼ਰੂਰ ਕਹਿ ਰਿਹਾ ਤੁਹਾਨੂੰ ਫੋਕਸ ਕਰਨਾ ਚਾਹੀਦਾ, ਪਰ ਮੈਥ ਤੇ ਤਾਂ ਫੋਕਸ ਕਰਨਾ ਤਾਂ ਕਿ ਤੁਸੀਂ ਸਾਰੇ ਨਿਊਮੈਰੀਕਲ, ਫਿਜ਼ਿਕਸ, ਕੈਮਿਸਟਰੀ ਤੇ ਮੈਥ ਦੇ ਕਰ ਲਓ। ਪਰ ਇਹਦਾ ਮਤਲਬ ਇਹ ਨਹੀਂ ਹੈ ਤੁਸੀਂ ਜ਼ਿਆਦਾ ਟਾਈਮ ਮੁੜ ਕੇ ਜਦੋਂ ਤੁਹਾਡਾ ਮੈਥ ਬਿਲਕੁਲ ਕਲੀਅਰ ਹੋ ਗਿਆ, ਤੁਸੀਂ ਫੋਕਸ ਉੱਥੇ ਕਰਦੇ ਰਹੋ ਤੇ ਤੁਹਾਡੇ ਫਿਜ਼ਿਕਸ, ਕੈਮਿਸਟਰੀ ਦੇ ਜਿਹੜੇ ਥਿਓਰੈਟੀਕਲ ਪਾਰਟ ਆ ਜਾਂ ਟੈਕਨੀਕਲ ਪਾਰਟ ਹੋਰ ਹੈਗੇ ਆ, ਉਹ ਮਿਸ ਹੋ ਜਾਣ। ਸੋ ਆਪਾਂ ਉਹਨਾਂ ਤਿੰਨਾਂ ਦੀ ਇਕੁਅਲ ਪ੍ਰੈਫਰੈਂਸ ਬਾਅਦ 'ਚੋਂ ਦੇਣੀ ਆ, ਪਰ ਸਾਡਾ ਮੈਥ ਚੰਗੀ ਤਰ੍ਹਾਂ ਉਹ ਸਟਰੋਂਗ ਹੋਣਾ ਚਾਹੀਦਾ, ਤਾਂ ਹੀ ਆਪਾਂ ਜਿਹੜੇ ਫਿਜ਼ਿਕਸ, ਕੈਮਿਸਟਰੀ ਦੇ ਜਿਹੜੇ ਨਿਊਮੈਰੀਕਲ ਹੈਗੇ ਉਹ ਆਪਾਂ ਸੋਲਵ ਕਰ ਸਕਾਂਗੇ। ਸੋ ਬੇਸਿਕ ਕਨਸੈਪਟਸ 'ਤੇ ਹਮੇਸ਼ਾ ਧਿਆਨ ਦੇਣਾ। ਬੇਸਿਕ ਕਨਸੈਪਟ ਤੁਹਾਡੇ ਉਦੋਂ ਕਲੀਅਰ ਹੋਣਗੇ ਜਦੋਂ ਤੁਸੀਂ ਜਿਹੜੇ ਸਟੱਡੀ ਮਟੀਰੀਅਲ ਆ, ਜਿਹੜੇ ਤੁਹਾਨੂੰ ਟੀਚਰ, ਕੋਚਿੰਗ ਵਾਲੇ ਜਾਂ ਰੈਫਰੈਂਸ ਟੈਕਸਟ ਬੁੱਕਸ ਹੈਗੀਆਂ, ਉਹਨੂੰ ਤੁਸੀਂ ਫੋਲੋ ਕਰੋਗੇ ਚੰਗੀ ਤਰ੍ਹਾਂ। ਬੇਸਿਕ ਕਨਸੈਪਟ ਤੁਹਾਡੇ ਕਲੀਅਰ ਹੋਣਗੇ, ਕਿਉਂਕਿ ਇਹਦੇ 'ਚ ਨਾ ਹਾਈਪੋਥੈਟੀਕਲ ਸਟੇਟਮੈਂਟਸ ਆਉਂਦੀਆਂ ਨੇ JEE ਦੇ ਕੁਐਸਚਨਸ। ਉਹ ਫਿਰ ਜੇ ਤੁਹਾਨੂੰ ਬੇਸਿਕ ਕਨਸੈਪਟਸ ਕਲੀਅਰ ਹੋਣਗੇ ਤਾਂ ਹੀ ਤੁਸੀਂ ਕਰ ਸਕੋਗੇ। ਤੁਸੀਂ ਭਾਵੇਂ 20 ਸਾਲ ਦੇ ਪਿਛਲੇ ਪੇਪਰ ਦੇਖ ਲਓ, ਕੋਈ ਵੀ ਕੁਐਸਚਨ ਕਦੀ ਰਿਪੀਟ ਨਹੀਂ ਹੁੰਦਾ। ਸੋ ਇਸ ਕਰਕੇ ਇਹਨੂੰ ਤੁਸੀਂ ਸਾਰੇ ਨੂੰ ਸਮ ਅਪ ਕਰਕੇ ਸਾਰੇ ਰਾਈਟਿੰਗ ਪਾਰਟ, ਫੋਲੋਇੰਗ ਦੀ ਟੈਕਸਟ ਬੁੱਕ, ਨਿਊਮੈਰੀਕਲਸ, ਸੋ ਉਹ ਡੇ ਟੂ ਡੇ ਲੈਕਚਰ ਜਿਹੜਾ ਆ ਉਹਦਾ ਫੋਲੋਅਪ ਪੂਰਾ ਰੱਖਣਾ ਆ। ਠੀਕ ਹੈ, ਉਸ ਤੋਂ ਬਾਅਦ ਜਿਹੜੀ ਇੰਜੀਨੀਅਰਿੰਗ ਸਟਰੀਮ ਤੁਸੀਂ ਕਿਹੜਾ ਚੂਜ਼ ਕਰਨਾ ਹੈਗਾ, ਉਹ ਕੋਈ ਪ੍ਰੋਬਲਮ ਨਹੀਂ ਹੈਗੀ, ਤੁਸੀਂ ਜਿਹੜਾ ਮਰਜ਼ੀ ਚੂਜ਼ ਕਰ ਲਓ, ਤੁਹਾਡਾ ਫੀਲਡ ਆਫ ਇੰਟਰਸਟ ਆ। ਜੇ ਤੁਸੀਂ ਦੇਖਣਾ ਵਾ ਵੀ ਮੇਰਾ ਇੰਟਰਸਟ ਕੀ ਆ, ਤੇ YouTube ਤੇ ਮਕੈਨੀਕਲ ਦੇ ਪ੍ਰੋਜੈਕਟਸ ਬੜੇ ਅਵੇਲੇਬਲ ਨੇ, ਛੋਟੇ ਤੁਸੀਂ ਚੈੱਕ ਕਰ ਸਕਦੇ ਹੋ। YouTube ਤੇ ਇਲੈਕਟ੍ਰੋਨਿਕਸ ਤੇ ਇਲੈਕਟ੍ਰੀਕਲ ਦੇ ਬਹੁਤ ਪ੍ਰੋਜੈਕਟਸ ਅਵੇਲੇਬਲ ਨੇ, ਹੋਰ ਬ੍ਰਾਂਚਿਸ ਦੇ ਵੀ ਅਵੇਲੇਬਲ ਹੈਗੇ ਆ, ਤੁਸੀਂ ਚੈੱਕ ਕਰ ਲਓ। ਜਿਹੜੀ ਤੁਹਾਡੀ ਵੀਡੀਓ ਦੇ ਵਿੱਚ ਤੁਹਾਡਾ ਇੰਟਰਸਟ ਤੁਹਾਨੂੰ ਚੰਗਾ ਲੱਗਦਾ ਵਾ, ਇਹਦਾ ਮਤਲਬ ਆ ਤੁਸੀਂ ਉਸ ਫੀਲਡ ਵਿੱਚ ਅੱਗੇ ਜਾ ਸਕਦੇ ਹੋ। ਸੋ ਮੈਂ ਅਖੀਰ ਤੇ ਇਹੀ ਕਹਾਂਗਾ ਵੀ ਹਾਰਡ ਵਰਕ ਹੀ ਸਿਰਫ ਇੱਕ ਹਾਰਡ ਵਰਕ ਤੇ ਇੱਕ ਡਾਇਰੈਕਸ਼ਨ, ਇਹ ਤੁਹਾਡੇ ਜਿਹੜੀ ਸਕਸੈਸ ਹੈਗੀ ਨਾ, ਇਹਦੇ ਵਾਸਤੇ 2 ਇੰਪੋਰਟੈਂਟ ਫੈਕਟਰ ਹੈਗੇ ਆ। ਡਾਇਰੈਕਸ਼ਨ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਟਾਈਮ ਮੈਨੇਜਮੈਂਟ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਐਟ ਲਾਸਟ ਆਈ ਵਿਸ਼ ਯੂ ਸਕਸੈਸ ਇਨ ਯੂਰ ਫਿਊਚਰ ਲਾਈਫ। ਥੈਂਕ ਯੂ ਵੈਰੀ ਮਚ।